ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਹੋ ਤੁਸੀਂ ਤੇ ਇਸ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਹੁਣ ਸਸਕੈਚਵਨ ਦੇ ਵਿੱਚੋਂ ਮਿਲੀਆਂ ਮੂਲ ਨਿਵਾਸੀਆਂ ਦੇ ਬੱਚਿਆਂ ਦੀਆਂ ਨਿਸ਼ਾਨੀਆਂ ਜਿਨ੍ਹਾਂ ਨੂੰ ਉੱਥੇ ਸਕੂਲ ਕੋਲ ਦੱਬਿਆ ਗਿਆ 751 ਕਬਰਾਂ ਮਿਲੀਆਂ ਨੇ। ਦੱਸਾਂਗੇ ਕਿਸਨੇ ਕਿਹਾ ਕਿ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੋਂ ਉੱਠਿਆ ਭਰੋਸਾ। ਤਾਜ਼ਾ ਇੱਕ ਰਿਪੋਰਟ ਸਾਹਮਣੇ ਆਈ ਜਿਸ ਤੋਂ ਬਾਅਦ ਉੱਠ ਰਹੇ ਨੇ ਕਈ ਸਵਾਲ। ਯੂਕਰੇਨ 에ਅਰਲਾਈਨ ਦਾ ਜੋ ਜਹਾਜ਼ ਈਰਾਨ ਵਿੱਚ ਕ੍ਰੈਸ਼ ਹੋਇਆ ਸੀ ਉਸ ਮਾਮਲੇ ਵਿੱਚ ਕੈਨੇਡਾ ਤੋਂ ਜਾਂਚ ਟੀਮ ਨੇ ਪੇਸ਼ ਕੀਤੀ ਰਿਪੋਰਟ। ਈਰਾਨ ਤੋਂ ਉੱਚ ਅਧਿਕਾਰੀਆਂ ਨੂੰ ਦੱਸਿਆ ਜ਼ਿੰਮੇਵਾਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਖਤੀ ਨਾਲ ਕਾਰਵਾਈ ਦੇ ਵਾਸਤੇ ਕੀ ਕੁਝ ਕਿਹਾ ਗਿਆ ਤੁਹਾਨੂੰ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ 'ਚ ਵਾਤਾਵਰਣ ਵਿਭਾਗ ਦੀ ਚੇਤਾਵਨੀ, ਇਸ ਹਫ਼ਤੇ ਦੇ ਅੰਤ ਤੱਕ ਕਈ ਥਾਵਾਂ ਦੇ ਉੱਤੇ 40 ਡਿਗਰੀ ਤੱਕ ਪਹੁੰਚ ਸਕਦਾ ਹੈ ਤਾਪਮਾਨ। ਕੈਨੇਡਾ ਸਰਕਾਰ ਵੱਲੋਂ ਛੋਟੇ ਵਪਾਰਾਂ ਦੀ ਮਦਦ ਲਈ ਨਿਵੇਸ਼ ਬਾਰੇ ਦੱਸਾਂਗੇ ਕੀ ਹੈ ਜਾਣਕਾਰੀ। ਬਰੈਂਪਟਨ 'ਚ ਜੋ ਸੰਗੀਤਾ ਸ਼ਰਮਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵਿੱਚ ਇੱਕ ਹੋਰ ਨੌਜਵਾਨ ਗ੍ਰਿਫਤਾਰ ਕੀਤਾ ਗਿਆ। ਇਸ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਸਕੈਚਵਨ ਤੋਂ ਕਾਫੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ 751 ਬੱਚਿਆਂ ਦੀਆਂ ਕਬਰਾਂ ਮਿਲੀਆਂ ਨੇ ਜਿੱਥੇ ਕੋਈ ਨਿਸ਼ਾਨਦੇਹੀ ਨਹੀਂ ਸੀ ਕੀਤੀ ਗਈ। ਸਸਕੈਚਵਨ ਤੋਂ ਮੂਲ ਨਿਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ 751 ਅਜਿਹੀਆਂ ਕਬਰਾਂ ਮਿਲੀਆਂ ਨੇ ਜਿਨ੍ਹਾਂ ਦੀ ਕੋਈ ਵੀ ਨਿਸ਼ਾਨੀ ਨਹੀਂ ਸੀ ਲਗਾਈ ਗਈ, ਯਾਨੀ ਕਿ ਜਿੱਥੇ ਕਿ ਮ੍ਰਿਤਕ ਸਰੀਰ ਦੱਬੇ ਗਏ ਹੋਣਗੇ। ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਅਜਿਹਾ ਮਿਲਿਆ ਹੈ, ਜਿਸ ਦੇ ਬਾਰੇ ਮੂਲ ਨਿਵਾਸੀਆਂ ਨੇ ਜਦੋਂ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿੱਥੇ ਕਿ ਜੋ 751 ਜਣਿਆਂ ਦੀਆਂ ਪਿੰਜਰ ਮਿਲੇ ਨੇ ਧਰਤੀ ਦੇ ਵਿੱਚ, ਉਹਨਾਂ ਥਾਵਾਂ ਦੇ ਉੱਤੇ ਲਾਲ ਰੰਗ ਦੇ ਛੋਟੇ ਝੰਡੇ ਲਗਾ ਕੇ ਉਹਨਾਂ ਨਾਲ ਨਿਸ਼ਾਨੀਆਂ ਲਗਾਈਆਂ ਗਈਆਂ ਨੇ। ਜਿਸ ਤੋਂ ਬਾਅਦ ਜਦੋਂ ਨਿਊਜ਼ ਕਾਨਫਰੰਸ ਕੀਤੀ ਗਈ ਮੂਲ ਨਿਵਾਸੀਆਂ ਨੇ ਇੱਥੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਤੋਂ ਜਾਣਦੇ ਸਨ ਕਿ ਉੱਥੇ ਕਬਰਾਂ ਮੌਜੂਦ ਨੇ। ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਵਿੱਚ ਜੋ ਰੈਜ਼ੀਡੈਂਸ਼ੀਅਲ ਸਕੂਲ ਸੀ ਸਾਬਕਾ, ਉਸ ਥਾਂ ਤੋਂ 215 ਬੱਚਿਆਂ ਨੂੰ ਦੱਬੇ ਜਾਣ ਦੇ ਨਿਸ਼ਾਨ ਮਿਲੇ ਸਨ ਜਿੱਥੇ ਕਿ ਬੱਚਿਆਂ ਦੇ ਪਿੰਜਰ ਮਿਲੇ ਸੀ। ਤਾਂ ਉਸ ਤੋਂ ਬਾਅਦ ਇਸ ਸਮੇਂ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਹੁਣ ਤੱਕ ਮੂਲ ਨਿਵਾਸੀਆਂ ਦੇ ਬੱਚਿਆਂ ਦੀਆਂ ਕਬਰਾਂ ਮਿਲੀਆਂ ਨੇ ਸਸਕੈਚਵਨ 'ਚ ਜਿੱਥੇ ਕਿ 751 ਨਿਸ਼ਾਨੀਆਂ ਲਗਾਈਆਂ ਗਈਆਂ ਨੇ। ਮੂਲ ਨਿਵਾਸੀਆਂ ਦੇ ਬੱਚਿਆਂ ਦੇ ਵਾਸਤੇ ਰੈਜ਼ੀਡੈਂਸ਼ੀਅਲ ਸਕੂਲ ਬਣਾਏ ਗਏ ਸਨ ਜਿੱਥੇ ਕਿ ਉਹਨਾਂ ਨੂੰ ਉਹਨਾਂ ਦੇ ਸੱਭਿਆਚਾਰ ਤੋਂ ਦੂਰ ਕਰਨ ਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀ, ਜਿੱਥੇ ਉਹਨਾਂ ਦੇ ਉੱਤੇ ਜ਼ੁਲਮ ਵੀ ਢਾਇਆ ਜਾਂਦਾ ਸੀ। ਉਸ ਜ਼ੁਲਮ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਸਕੂਲਾਂ ਵਿੱਚ ਬੱਚਿਆਂ ਦੀਆਂ ਇੰਨੀ ਗਿਣਤੀ ਦੇ ਵਿੱਚ ਮੌਤਾਂ ਵੀ ਹੁੰਦੀਆਂ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਤੱਕ ਨੂੰ ਜਾਣਕਾਰੀ ਨਹੀਂ ਸੀ ਦਿੱਤੀ ਜਾਂਦੀ ਉਹਨਾਂ ਦੇ ਬਾਰੇ। ਅੰਦਾਜ਼ਨ 1.5 ਲੱਖ ਮੂਲ ਨਿਵਾਸੀਆਂ ਦੇ ਬੱਚੇ ਨੇ ਜੋ ਉਹ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਸਨ 1860 ਤੋਂ ਲੈ ਕੇ ਸਨ 1996 ਤੱਕ ਪੜ੍ਹੇ ਨੇ, ਜਿੱਥੇ ਬਾਰੇ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਉਹਨਾਂ ਬੱਚਿਆਂ ਦੇ ਉੱਤੇ ਜ਼ੁਲਮ ਢਾਇਆ ਜਾਂਦਾ ਸੀ ਤੇ ਨਾਲ ਹੀ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਵੀ ਕੀਤਾ ਜਾਂਦਾ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉੱਥੇ ਘੱਟੋ ਘੱਟ 4100 ਮੌਤਾਂ ਹੋਈਆਂ ਸਕੂਲਾਂ ਦੇ ਵਿੱਚ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਬਿਆਨ ਜਾਰੀ ਕਰਕੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਜਿਨ੍ਹਾਂ ਕਿਹਾ ਕਿ ਉਹ ਬਹੁਤ ਜ਼ਿਆਦਾ ਬੁਰਾ ਮਹਿਸੂਸ ਕਰ ਰਹੇ ਨੇ ਕਿ ਕੁਝ ਇਸ ਤਰ੍ਹਾਂ ਮੂਲ ਨਿਵਾਸੀਆਂ ਦੇ ਬੱਚਿਆਂ ਨਾਲ ਵਤੀਰਾ ਹੋਇਆ। ਜਿਨ੍ਹਾਂ ਕਿਹਾ ਕਿਤੇ ਵੀ ਕਦੀ ਵੀ ਕਿਸੇ ਬੱਚੇ ਨੂੰ ਉਸਦੇ ਮਾਪਿਆਂ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਤੇ ਨਾਲ ਹੀ ਉਸ ਨੂੰ ਉਸਦੇ ਸੱਭਿਆਚਾਰ ਤੋਂ ਤੋੜਨ ਦੇ ਵਾਸਤੇ ਕੁਝ ਅਜਿਹਾ ਨਹੀਂ ਕੀਤਾ ਜਾ ਸਕਦਾ ਜੋ ਮੂਲ ਨਿਵਾਸੀਆਂ ਦੇ ਬੱਚਿਆਂ ਨਾਲ ਹੋਇਆ, ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਜਿਸ ਦੇ ਉੱਤੇ ਜੋ ਮੂਲ ਨਿਵਾਸੀ ਪਰਿਵਾਰ ਨੇ ਜੋ ਇਸ ਸਮੇਂ ਕਾਫੀ ਜ਼ਿਆਦਾ ਬੁਰੇ ਸਮੇਂ ਦੇ ਵਿੱਚੋਂ ਲੰਘ ਰਹੇ ਨੇ ਕਿ ਉਹਨਾਂ ਨੂੰ ਕੁਝ ਅਜਿਹੀ ਜਾਣਕਾਰੀ ਮਿਲ ਰਹੀ ਹੈ। ਕਈ ਸਾਲ ਪਹਿਲਾਂ ਉਹਨਾਂ ਦੇ ਬੱਚਿਆਂ ਦੇ ਨਾਲ ਕੁਝ ਅਜਿਹੇ ਵਤੀਰੇ ਹੋਏ ਕਿ ਕੁਝ ਇਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਕਿ ਉੱਥੇ ਹੀ ਉਹਨਾਂ ਨੂੰ ਮਾਰ ਕੇ ਦੱਬ ਦਿੱਤਾ ਗਿਆ। ਤਾਂ ਜਿਸ ਤੋਂ ਬਾਅਦ ਮਾਨਸਿਕ ਤੌਰ ਦੇ ਉੱਤੇ ਮਦਦ ਦੇਣ ਦੇ ਵਾਸਤੇ ਇੱਕ ਹੈਲਪਲਾਈਨ ਨੰਬਰ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਂਝਾ ਕੀਤਾ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਗੇ ਹੈ ਕਿ ਹਰਜੀਤ ਸਿੰਘ ਸੱਜਣ ਦੇ ਉੱਤੇ ਕੁਝ ਹੋਰ ਸਵਾਲ ਉੱਠੇ ਨੇ। ਦਰਅਸਲ ਕੈਨੇਡੀਅਨ ਪ੍ਰੈਸ ਦੇ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ ਜਿਸ ਦੇ ਵਿੱਚ ਕੁਝ ਅਜਿਹਾ ਖੁਲਾਸਾ ਹੋਇਆ ਜਿਸ ਤੋਂ ਬਾਅਦ ਗਲੋਬਲ ਅਫੇਅਰਸ ਅਦਾਰੇ ਤੋਂ ਉੱਚ ਅਧਿਕਾਰੀਆਂ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਕਿ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੋਂ ਕਈਆਂ ਦਾ ਭਰੋਸਾ ਉੱਠ ਚੁੱਕਿਆ ਹੈ। ਕੈਨੇਡੀਅਨ ਪ੍ਰੈਸ ਦੇ ਵੱਲੋਂ ਇੱਕ ਰਿਪੋਰਟ ਛਾਪੀ ਗਈ ਹੈ ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਵਾਸਤੇ ਮਿਲਟਰੀ ਵੱਲੋਂ ਸਹਿਯੋਗੀ ਦੇ ਵਜੋਂ ਕੰਮ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਵੈਨਕੂਵਰ ਪੁਲਿਸ ਵਿਭਾਗ ਦੇ ਵਿੱਚ
ਮੁਅੱਤਲ ਕੀਤਾ ਗਿਆ ਸੀ ਇਸ ਗੱਲ ਦੇ ਵਾਸਤੇ ਕਿ ਉਸ ਵਿਭਾਗ ਵਿੱਚ ਉਸਦੇ ਕਿਸੇ ਨਾਲ ਨਾਜਾਇਜ਼ ਰਿਸ਼ਤੇ ਸਨ ਤੇ ਉਸ ਤੋਂ ਬਾਅਦ ਉਸੇ ਨੂੰ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਮਿਲਟਰੀ ਅਸਿਸਟੈਂਟ ਦੇ ਵਜੋਂ ਹਾਇਰ ਕੀਤਾ ਗਿਆ, ਜਿਸ ਤੋਂ ਬਾਅਦ ਸੱਜਣ ਦੇ ਦਫ਼ਤਰ ਤੋਂ ਇਸ ਦੇ ਬਾਰੇ ਇਹ ਬਿਆਨ ਸਾਹਮਣੇ ਆਇਆ ਹੈ ਕਿ ਮਿਲਟਰੀ ਨੇ ਮੇਜਰ ਗ੍ਰੈਗ ਨੂੰ ਨੌਕਰੀ ਦੇ ਉੱਤੇ ਰੱਖਿਆ ਸੀ, ਜਿਸ ਦੇ ਵੱਲੋਂ ਵੈਨਕੂਵਰ ਪੁਲਿਸ ਵਿਭਾਗ ਦੇ ਵਿੱਚ ਕੀ ਕੀਤਾ ਗਿਆ ਉਸ ਦੇ ਬਾਰੇ ਨਾ ਹੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪਤਾ ਸੀ, ਨਾ ਹੀ ਉਹਨਾਂ ਦੇ ਸਟਾਫ ਨੂੰ। ਪਰ ਉਧਰ ਕੈਨੇਡੀਅਨ ਗਲੋਬਲ ਅਫੇਅਰਸ ਇੰਸਟੀਚਿਊਟ ਦੇ ਵੱਲੋਂ ਇੱਕ ਅਧਿਕਾਰੀ ਨੇ ਬਿਆਨ ਵੀ ਜਾਰੀ ਕੀਤਾ ਹੈ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੋਂ ਕਈਆਂ ਦਾ ਭਰੋਸਾ ਉੱਠ ਗਿਆ ਜੋ ਇਹ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਕੈਨੇਡੀਅਨ ਫੌਜ ਦੇ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਹਰਜੀਤ ਸਿੰਘ ਸੱਜਣ ਦੇ ਵੱਲੋਂ ਨਜਿੱਠਿਆ ਗਿਆ, ਉਸ ਤੋਂ ਬਾਅਦ ਉਹਨਾਂ ਦਾ ਭਰੋਸਾ ਉੱਠ ਗਿਆ। ਤਾਂ ਇੱਕ ਪਾਸੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਹਰਜੀਤ ਸਿੰਘ ਸੱਜਣ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਲਗਾਤਾਰ ਪੱਖ ਪੂਰਿਆ ਜਾ ਰਿਹਾ ਹੈ ਹਰਜੀਤ ਸਿੰਘ ਸੱਜਣ ਦਾ, ਜਿਨ੍ਹਾਂ ਕਿਹਾ ਕਿ ਉਹਨਾਂ ਦੇ ਉੱਤੇ ਪੂਰਾ ਭਰੋਸਾ ਹੈ ਤੇ ਉਹਨਾਂ ਦੇ ਉੱਤੇ ਕੋਈ ਵੀ ਇਲਜ਼ਾਮ ਲਾਉਣ ਤੋਂ ਪਹਿਲਾਂ ਉਹਨਾਂ ਦਾ ਪਿਛੋਕੜ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਪੁਲਿਸ ਦੇ ਵਿੱਚ ਕੰਮ ਕੀਤਾ ਤੇ ਫਿਰ ਫੌਜ ਦੇ ਵਿੱਚ ਕੰਮ ਕੀਤਾ, ਉਹਨਾਂ ਦੀ ਸਰਵਿਸ ਨੂੰ ਦੇਖਿਆ ਜਾਵੇ, ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਪੂਰਾ ਭਰੋਸਾ ਹੈ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਅੱਗੇ ਹੈ ਕਿ ਜੋ ਯੂਕਰੇਨ 에ਅਰਲਾਈਨ ਦਾ ਜਹਾਜ਼ ਈਰਾਨ ਵਿੱਚ ਕ੍ਰੈਸ਼ ਹੋਇਆ ਸੀ, ਉਸ ਦੇ ਵਿੱਚ ਕੈਨੇਡਾ ਤੋਂ ਜਾਂਚ ਟੀਮ ਨੇ ਰਿਪੋਰਟ ਪੇਸ਼ ਕਰ ਦਿੱਤੀ ਹੈ, ਜਿਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਿਆਨ ਜਾਰੀ ਕੀਤਾ ਹੈ। ਯੂਕਰੇਨ ਇੰਟਰਨੈਸ਼ਨਲ 에ਅਰਲਾਈਨ ਦੀ ਫਲਾਈਟ 752 ਕ੍ਰੈਸ਼ ਹੋਣ ਦੇ ਬਾਰੇ ਕੈਨੇਡਾ ਤੋਂ ਜਾਂਚ ਅਧਿਕਾਰੀਆਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ, ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਈਰਾਨ ਦੇ ਉੱਚ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ, ਜਿਨ੍ਹਾਂ ਵੱਲੋਂ ਇਸ ਜਹਾਜ਼ ਨੂੰ ਹੇਠਾਂ ਸੁੱਟਿਆ ਗਿਆ ਨਿਸ਼ਾਨਾ ਧਾਰ ਕੇ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਬਿਆਨ ਵੀ ਜਾਰੀ ਕੀਤਾ ਹੈ, ਜਿਨ੍ਹਾਂ ਨੇ ਈਰਾਨ ਤੋਂ ਅਧਿਕਾਰੀਆਂ ਨੂੰ ਇਸ ਦੇ ਬਾਰੇ ਜ਼ਿੰਮੇਵਾਰ ਦੱਸਦੀ ਹੋਈ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਈਰਾਨ ਦੇ ਅਧਿਕਾਰੀਆਂ ਤੋਂ ਜਵਾਬ ਮੰਗਿਆ। ਇਸ ਫਲਾਈਟ ਦੇ ਵਿੱਚ 176 ਮੌਤਾਂ ਹੋਈਆਂ ਸਨ, ਜਿਨ੍ਹਾਂ ਦੇ ਵਿੱਚ 55 ਕੈਨੇਡੀਅਨ ਸਿਟੀਜ਼ਨ ਮੌਜੂਦ ਸੀ ਤੇ 30 ਪਰਮਨੈਂਟ ਰੈਜ਼ੀਡੈਂਟ ਮੌਜੂਦ ਸਨ, ਜਿਸ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਸ ਫਲਾਈਟ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਜਵਾਬ ਜਾਣਨ ਦਾ ਹੱਕ ਰੱਖਦੇ ਨੇ, ਜਿਸ ਦੇ ਲਈ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵੱਲੋਂ ਹਰ ਉਹ ਬਣਦਾ ਕਦਮ ਚੁੱਕਿਆ ਜਾਵੇਗਾ ਜੋ ਇਨਸਾਫ ਦਿਵਾਉਣ ਦੇ ਲਈ ਜ਼ਰੂਰੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਈਰਾਨ ਨੂੰ ਦੁਨੀਆ ਨੂੰ ਇਸ ਦੇ ਬਾਰੇ ਜਵਾਬ ਦੇਣਾ ਪਵੇਗਾ ਜੋ ਇਸ ਜਹਾਜ਼ ਨੂੰ ਹੇਠਾਂ ਸੁੱਟਿਆ ਗਿਆ, ਜਿਸ ਲਈ ਕੌਮਾਂਤਰੀ ਪੱਧਰ ਦੇ ਉੱਤੇ ਈਰਾਨ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ। ਕੋਵਿਡ-19 ਦੀ ਮਹਾਮਾਰੀ ਦੌਰਾਨ ਵੱਡੀ ਗਿਣਤੀ ਵਿੱਚ ਕੈਨੇਡਾ ਵਾਸੀਆਂ ਦੇ ਉੱਤੇ ਕਾਫੀ ਪ੍ਰਭਾਵ ਪਿਆ, ਖਾਸ ਤੌਰ ਦੇ ਉੱਤੇ ਛੋਟੇ ਵਪਾਰਾਂ ਦੇ ਉੱਤੇ ਵੀ ਪ੍ਰਭਾਵ ਪਿਆ, ਜਿਸ ਤੋਂ ਬਾਅਦ ਕਈ ਕਾਮਿਆਂ ਦੀਆਂ ਨੌਕਰੀਆਂ ਵੀ ਗਈਆਂ ਤੇ ਇਸ ਨੂੰ ਮਦਦ ਦੇਣ ਦੇ ਵਾਸਤੇ ਵੱਖੋ ਵੱਖਰੇ ਸਮੇਂ ਦੇ ਉੱਤੇ ਛੋਟੇ ਵਪਾਰਾਂ ਦੇ ਵਾਸਤੇ ਸਰਕਾਰ ਦੇ ਵੱਲੋਂ ਕਈ ਪ੍ਰੋਗਰਾਮ ਵੀ ਲਿਆਂਦੇ ਗਏ, ਜਿਸ ਵਿੱਚ ਵੇਜ ਸਬਸਿਡੀ ਪ੍ਰੋਗਰਾਮ ਤੇ ਨਾਲ ਹੀ ਜਿਹੜਾ ਵਪਾਰਾਂ ਨੂੰ ਲੋਨ ਦੇਣ ਦੇ ਬਾਰੇ ਤੇ ਹੋਰ ਵੀ ਜਿਹੜੇ ਪ੍ਰੋਗਰਾਮ ਲਿਆਂਦੇ ਗਏ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ। ਤੇ ਤਾਜ਼ਾ ਇੱਕ ਹੋਰ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਛੋਟੇ ਵਪਾਰਾਂ ਦੀ ਮਦਦ ਦੇ ਲਈ $33 ਮਿਲੀਅਨ ਤੱਕ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਨਿਵੇਸ਼ ਦਾ $9 ਮਿਲੀਅਨ ਹੈ ਜੋ ਉਹ ਓਨਟਾਰੀਓ ਸੂਬੇ ਦੇ ਵਿੱਚ ਹੀ ਛੋਟੇ ਵਪਾਰਾਂ ਦੀ ਮਦਦ ਦੇ ਵਾਸਤੇ ਹੋਵੇਗਾ ਹਿੱਸਾ, ਤੇ ਬਾਕੀ ਹੋਰ ਕੈਨੇਡਾ ਦੀਆਂ ਥਾਵਾਂ ਦੇ ਉੱਤੇ ਜਿਹੜੇ ਛੋਟੇ ਵਪਾਰ ਨੇ ਉਹਨਾਂ ਦੀ ਮਦਦ ਦੇ ਵਾਸਤੇ ਇਹ ਨਿਵੇਸ਼ ਹੋਵੇਗਾ, ਜਿਸ ਦੇ ਵਿੱਚ ਵੱਖੋ ਵੱਖਰੇ ਪੱਧਰ ਦੇ ਉੱਤੇ ਮਦਦ ਦਿੱਤੀ ਜਾਵੇਗੀ, ਜਿਸ ਦੇ ਬਾਰੇ ਕੈਨੇਡਾ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਤੇ ਇਸ ਜਾਣਕਾਰੀ ਨੂੰ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਨੇ ਵੀ ਸਾਂਝਾ ਕੀਤਾ ਹੈ। ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਤਾਵਰਣ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਤੇਜ਼ ਗਰਮੀ ਪਵੇਗੀ, ਜਿਸ ਨੂੰ ਲੈ ਕੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਕਈ ਹਿੱਸਿਆਂ ਵਿੱਚ 40 ਡਿਗਰੀ ਤੱਕ ਤਾਪਮਾਨ ਪਹੁੰਚ ਸਕਦਾ ਹੈ ਤੇ ਕਈ ਥਾਵਾਂ ਦੇ ਉੱਤੇ 30 ਡਿਗਰੀ ਤੱਕ ਤਾਪਮਾਨ ਪਹੁੰਚ ਸਕਦਾ ਹੈ, ਜਿਸ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਆਪਣਾ ਧਿਆਨ ਰੱਖਣ ਦੇ ਵਾਸਤੇ ਕਿਹਾ ਗਿਆ ਹੈ। ਆਉਣ ਵਾਲੇ ਸ਼ੁੱਕਰਵਾਰ ਤੇ ਇਸ ਤੋਂ ਅਗਲੇ ਹਫ਼ਤੇ ਤੱਕ ਵੀ ਤਾਪਮਾਨ ਕੁਝ ਇਸ ਤਰ੍ਹਾਂ ਹੀ ਰਹਿ ਸਕਦਾ ਹੈ, ਜਿਸ ਦੇ ਬਾਰੇ ਵਾਤਾਵਰਣ ਵਿਭਾਗ ਨੇ ਦੱਸਿਆ ਹੈ। ਤੇ ਤੇਜ਼ ਗਰਮੀ ਦੇ ਕਰਕੇ ਕਈ ਲੋਕ ਜਿਹੜੇ ਜ਼ਿਆਦਾ ਦੇਰ ਬਾਹਰ ਕੰਮ ਵੀ ਕਰਦੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਬਾਰ-ਬਾਰ ਉਹ ਪਾਣੀ ਪੀ ਜਾਣ ਤੇ ਨਾਲ ਹੀ ਧੁੱਪ ਦੇ ਵਿੱਚ ਜੇਕਰ ਜਿਹੜਾ ਜ਼ਰੂਰੀ ਕੰਮ ਨਹੀਂ ਹੈ ਤਾਂ ਨਾ ਜਾਇਆ ਜਾਵੇ ਤੇ ਆਪਣਾ ਬਚਾਅ ਕੀਤਾ ਜਾਵੇ, ਜਿਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਅਗਲੀ ਖਬਰ ਹੈ ਕਿ ਬਰੈਂਪਟਨ ਤੋਂ ਜੋ ਸੰਗੀਤਾ ਸ਼ਰਮਾ 56 ਸਾਲਾ ਔਰਤ ਉਸ ਤੇ ਗੋਲੀਆਂ ਮਾਰੀਆਂ ਗਈਆਂ ਸੀ ਕਿ ਉਸ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ ਸਾਲ ਇਹ ਮਾਮਲਾ ਸਾਹਮਣੇ ਆਇਆ ਸੀ 2020 ਦੇ ਵਿੱਚ ਅਗਸਤ ਮਹੀਨੇ
ਵੀਰਵਾਰ ਦਾ ਦਿਨ ਸੀ ਜਦੋਂ ਪੁਲਿਸ ਅਧਿਕਾਰੀਆਂ ਨੂੰ ਇੱਕ ਜਾਣਕਾਰੀ ਮਿਲੀ ਕਿ ਬਰੈਂਪਟਨ ਦੇ ਵਿੱਚ ਇੱਕ ਘਰ ਦੇ ਵਿੱਚ 56 ਸਾਲਾ ਔਰਤ ਸੰਗੀਤਾ ਸ਼ਰਮਾ ਹੈ ਜਿਸ ਨੂੰ ਗੋਲੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਇੱਕ 19 ਸਾਲ ਦੇ ਨੌਜਵਾਨ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ, ਪਰ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਇੱਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ। 23 ਜੂਨ ਨੂੰ ਐਲਬਰਟਾ ਤੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੂਜਾ ਸ਼ੱਕੀ ਵਿਅਕਤੀ ਹੈ ਜਿਸ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਕਤਲ ਦਾ ਇਹ ਮਾਮਲਾ ਸੀ। ਦੋਵਾਂ ਦੇ ਉੱਤੇ ਮਾਮਲੇ ਵੀ ਦਰਜ ਹੋ ਚੁੱਕੇ ਨੇ। ਅਗਲੀ ਖਬਰ ਹੈ ਕਿ ਬਰਨਬੀ RCMP ਨੇ ਇੱਕ ਵਿਅਕਤੀ ਦੀ ਪਛਾਣ ਕਰਨ ਵਾਸਤੇ ਤੇ ਉਸ ਨੂੰ ਲੱਭਣ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। ਤਸਵੀਰ ਤੁਸੀਂ ਦੇਖ ਸਕਦੇ ਹੋ, ਇਸ ਵਿਅਕਤੀ ਨੂੰ ਲੱਭਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਹੈ। ਦਰਅਸਲ ਮੈਟਰੋ ਟਾਊਨ ਮਾਲ ਦੇ ਬਾਹਰ ਦਾ ਇਹ ਮਾਮਲਾ ਹੈ। ਪਿਛਲੇ ਮਹੀਨੇ ਜਦੋਂ ਇਹ ਵਿਅਕਤੀ ਨਾਲ ਇੱਕ ਔਰਤ ਦੋਵੇਂ ਲੜ ਰਹੇ ਸਨ ਤੇ ਇਹਨਾਂ ਨੂੰ ਹਟਾਉਣ ਦੇ ਵਾਸਤੇ ਉੱਥੇ ਮੌਜੂਦ ਇੱਕ ਵਿਅਕਤੀ ਨੇ ਜਦੋਂ ਕੋਸ਼ਿਸ਼ ਕੀਤੀ ਤਾਂ ਤਸਵੀਰ ਵਿੱਚ ਦਿਖਾਈ ਦੇ ਰਹੇ ਇਸ ਵਿਅਕਤੀ ਨੇ ਉਸ ਵਿਅਕਤੀ ਦੇ ਉੱਤੇ, ਜੋ ਕਿ ਉਹਨਾਂ ਨੂੰ ਲੜਨ ਤੋਂ ਹਟਾ ਰਿਹਾ ਸੀ, ਹਮਲਾ ਕਰ ਦਿੱਤਾ, ਜਿਸ ਦੇ ਮੂੰਹ ਦੇ ਉੱਤੇ ਮੁੱਕੇ ਮਾਰੇ ਗਏ ਇਸ ਦੇ ਵੱਲੋਂ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਦੀ ਪਛਾਣ ਹੋਵੇ, ਕਿ ਕੋਈ ਵੀ ਇਸ ਨੂੰ ਜਾਣਦਾ ਹੋਵੇ, ਤਾਂ ਬਰਨਬੀ RCMP ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਅਗਲੀ ਖਬਰ ਹੈ ਕਿ ਜੋ ਭਾਰਤ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਸਰਵਿਸ ਸ਼ੁਰੂ ਕੀਤੀ ਗਈ, ਬਾਇਓਮੈਟ੍ਰਿਕ ਦੀ ਸਰਵਿਸ 23 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ। ਤਾਂ ਹੁਣ ਹਾਈ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਮੈਡੀਕਲ ਦੀ ਸਰਵਿਸ ਵੀ ਸ਼ੁਰੂ ਹੋ ਗਈ ਹੈ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਤਾਜ਼ਾ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਵਾਸਤੇ ਜਿਨ੍ਹਾਂ ਨੇ ਆਪਣੇ ਵੀਜ਼ਾ ਦੇ ਲਈ ਐਪਲੀਕੇਸ਼ਨਸ ਲਗਾਈਆਂ ਹੋਈਆਂ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਜੋ ਮੈਡੀਕਲ ਕਰਵਾਉਣ ਦੇ ਵਾਸਤੇ ਸਰਵਿਸ ਬੰਦ ਕੀਤੀ ਗਈ ਸੀ ਉਹ ਸ਼ੁਰੂ ਹੋ ਗਈ ਹੈ, ਜਿਸ ਦੇ ਵਾਸਤੇ ਅਪਾਇੰਟਮੈਂਟਸ ਬਣਾਈਆਂ ਜਾ ਸਕਦੀਆਂ ਨੇ। ਜਿਨ੍ਹਾਂ ਥਾਵਾਂ ਦੇ ਉੱਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਮਨਜ਼ੂਰੀ ਹੈ ਕਿ ਮੈਡੀਕਲ ਕਰਵਾਇਆ ਜਾ ਸਕਦਾ, ਜਿਸ ਤੋਂ ਬਾਅਦ ਸਿੱਧੀ ਉਸ ਮੈਡੀਕਲ ਦੀ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਤੱਕ ਪਹੁੰਚ ਜਾਂਦੀ ਹੈ, ਉੱਥੇ ਵਾਸਤੇ ਅਪਾਇੰਟਮੈਂਟਸ ਬਣਾਈਆਂ ਜਾ ਸਕਦੀਆਂ ਨੇ, ਜਿਸ ਦਾ ਲਿੰਕ ਅਸੀਂ ਇਸ ਵੀਡੀਓ ਦੇ ਹੇਠਾਂ ਕਮੈਂਟ ਬਾਕਸ ਦੇ ਵਿੱਚ ਵੀ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ। ਜਦੋਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿੱਤੇ ਲਿੰਕ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਉੱਥੇ ਸਾਰੀ ਜਾਣਕਾਰੀ ਦਿਖਾਈ ਦੇਵੇਗੀ ਕਿ ਭਾਰਤ ਵਿੱਚ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਹਸਪਤਾਲ ਜਾਂ ਕਿਹੜੇ ਡਾਕਟਰ ਨੇ ਜਿਨ੍ਹਾਂ ਨੂੰ ਮਨਜ਼ੂਰੀ ਹੈ ਕਿ ਉਹ ਇਮੀਗ੍ਰੇਸ਼ਨ ਸੰਬੰਧੀ ਮੈਡੀਕਲ ਕਰ ਸਕਦੇ ਨੇ, ਤੇ ਉਹਨਾਂ ਦੇ ਫੋਨ ਨੰਬਰ ਵੀ ਮੌਜੂਦ ਨੇ। ਉਹਨਾਂ ਦੇ ਨਾਲ ਸਿੱਧੇ ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਆਪਣੇ ਮੈਡੀਕਲ ਦੇ ਵਾਸਤੇ ਬੁਕਿੰਗ ਕਰਵਾ ਸਕਦੇ ਹੋ। ਭਾਰਤ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰਸ ਨੇ 23 ਜੂਨ ਤੋਂ ਸੀਮਤ ਸਰਵਿਸ ਸ਼ੁਰੂ ਕੀਤੀ, ਜਿੱਥੇ ਕਿ ਸਭ ਤੋਂ ਪਹਿਲਾਂ ਸਰਵਿਸ ਸ਼ੁਰੂ ਕੀਤੀ ਗਈ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ, ਜਿਨ੍ਹਾਂ ਦੇ ਬਾਇਓਮੈਟ੍ਰਿਕ ਸ਼ੁਰੂ ਕਰ ਦਿੱਤੇ ਗਏ ਨੇ ਕਰਨੇ, ਤੇ ਨਾਲ ਹੀ ਉਸ ਤੋਂ ਬਾਅਦ ਹੁਣ ਦੂਜੀ ਸਰਵਿਸ ਜੋ ਸ਼ੁਰੂ ਕੀਤੀ ਗਈ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਸਮੇਂ ਤੋਂ ਕੋਵਿਡ-19 ਦੇ ਕਰਕੇ ਜੋ ਮੈਡੀਕਲ ਕਰਵਾਏ ਜਾਣ ਦੀ ਸਰਵਿਸ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਉਹਨਾਂ ਥਾਵਾਂ ਦੇ ਉੱਤੇ ਜਿੱਥੇ ਵੀ ਮੈਡੀਕਲ ਕਰਵਾਉਣ ਦੇ ਲਈ ਸਰਵਿਸ ਦਿੱਤੀ ਜਾਂਦੀ ਹੈ ਉਹ ਮੁੜ ਤੋਂ ਹੁਣ ਸ਼ੁਰੂ ਹੋ ਗਈ ਹੈ। ਇਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ। ਉਮੀਦ ਹੈ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਹੋਰ ਸਰਵਿਸ ਵੀ ਸ਼ੁਰੂ ਕੀਤੀ ਜਾਵੇਗੀ। ਤੇ ਇਸ ਮੌਕੇ ਅੱਜ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਦੇ ਕੋਲ ਵੀ BIL ਮੌਜੂਦ ਨੇ, ਯਾਨੀ ਕਿ ਬਾਇਓਮੈਟ੍ਰਿਕ ਦੇ ਵਾਸਤੇ ਉਹਨਾਂ ਦੇ ਕੋਲ ਰਿਕੁਐਸਟ ਆਈ ਹੋਈ ਹੈ ਕਿ ਉਹ ਬਾਇਓਮੈਟ੍ਰਿਕ ਕਰਵਾ ਸਕਦੇ ਨੇ, ਤਾਂ ਉਹ ਜਿੰਨੀ ਛੇਤੀ ਹੋ ਸਕਦਾ ਅਪਾਇੰਟਮੈਂਟਸ ਬਣਾ ਸਕਦੇ ਨੇ। ਤੇ ਸਿਰਫ ਇਹ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਸਰਵਿਸ ਹੈ, ਜਿਸ ਦੇ ਲਈ ਇਹ ਕਿਹਾ ਗਿਆ ਹੈ ਕਿ ਕੋਈ ਹੋਰ ਜਿਨ੍ਹਾਂ ਨੂੰ BIL ਆਏ ਹੋਏ ਨੇ ਤੇ ਵੀਜ਼ਾ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਕੋਈ ਹੋਰ ਵੀਜ਼ਾ ਲਗਾਇਆ ਹੋਇਆ, ਜਿਵੇਂ ਕਿ ਕਿਸੇ ਨੇ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਜਾਂ ਫਿਰ ਕੋਈ ਸਪਾਊਸਲ ਸਪਾਂਸਰਸ਼ਿਪ ਹੈ, ਤਾਂ ਉਹਨਾਂ ਮਾਮਲਿਆਂ ਦੇ ਵਿੱਚ ਹਜੇ ਬਾਇਓਮੈਟ੍ਰਿਕ ਸਰਵਿਸ ਸ਼ੁਰੂ ਨਹੀਂ ਹੋਈ ਹੈ। ਤੇ ਜੋ ਇਹ ਮੈਡੀਕਲ ਸਰਵਿਸ ਹੈ ਇਹ ਸਾਰਿਆਂ ਦੇ ਵਾਸਤੇ ਸ਼ੁਰੂ ਹੋ ਗਈ ਹੈ। ਇਸ ਦੇ ਵਿੱਚ ਇਹ ਨਹੀਂ ਹੈ ਕਿ ਸਿਰਫ ਕਿਸੇ ਇੱਕ ਦੇ ਵਾਸਤੇ ਜਿਨ੍ਹਾਂ ਨੇ ਇੱਕ ਪ੍ਰਕਾਰ ਦਾ ਵੀਜ਼ਾ ਲਾਇਆ ਹੋਇਆ ਉਹਨਾਂ ਵਾਸਤੇ ਹੋਵੇਗੀ, ਇਹ ਸਾਰਿਆਂ ਦੇ ਵਾਸਤੇ ਸ਼ੁਰੂ ਹੋ ਗਈ ਹੈ, ਜਿਸ ਦੇ ਬਾਰੇ ਅੱਜ ਹੀ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਉੱਤੇ ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ। ਜਿਵੇਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਟਰੈਵਲ ਨੂੰ ਲੈ ਕੇ ਹਦਾਇਤਾਂ ਹਟਾਉਣ ਬਾਰੇ ਛੇਤੀ ਹੀ ਹੋਰ ਐਲਾਨ ਕੀਤੇ ਜਾ ਸਕਦੇ ਨੇ। ਤੇ ਨਾਲ ਹੀ ਜੋ ਫਾਈਲਾਂ ਦੀ ਪ੍ਰਕਿਰਿਆ ਇਸ ਸਮੇਂ ਬੇਸ਼ੱਕ ਹੌਲੀ ਚੱਲ ਰਹੀ ਹੈ, ਪਰ ਉਸ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਸਬਰ ਕੀਤਾ ਜਾ ਸਕਦਾ ਹੈ ਇਸ ਮੌਕੇ, ਕਿ ਕੋਵਿਡ-19 ਤੋਂ ਬਾਅਦ ਜੋ ਹਾਲਾਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤਾਂ ਨਾਲ ਹੀ ਕੰਮ ਦੇ ਵਿੱਚ ਤੇਜ਼ੀ ਵੀ ਆ ਰਹੀ ਹੈ। ਜੋ ਬਾਰ-ਬਾਰ ਸਪਾਊਸਲ ਸਪਾਂਸਰਸ਼ਿਪ ਸੰਬੰਧੀ ਫਾਈਲਾਂ ਦੇ ਬਾਰੇ ਵੀ ਸਵਾਲ ਪੁੱਛੇ ਜਾ ਰਹੇ ਨੇ, ਉਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕੋ ਜਵਾਬ ਇਸ ਸਮੇਂ ਦਿੱਤਾ ਜਾ ਰਿਹਾ ਹੈ ਕਿ ਫਿਲਹਾਲ ਇਸ ਦੇ ਉੱਤੇ ਸਬਰ ਕੀਤਾ ਜਾਵੇ। ਪ੍ਰਕਿਰਿਆ ਚੱਲ ਰਹੀ ਹੈ, ਬੇਸ਼ੱਕ ਹੌਲੀ ਹੈ, ਪਰ ਫਾਈਲਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਅਗਲੀ ਖਬਰ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 24 ਜੂਨ ਨੂੰ ਤਾਜ਼ਾ ਡਰਾਅ ਕੱਢਿਆ, ਜਿਸ ਦੇ ਵਿੱਚ 6000 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ।
ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ। 24 ਜੂਨ ਨੂੰ ਕੱਢੇ ਗਏ ਇਸ ਡਰਾਅ ਦੇ ਵਿੱਚ 6000 ਜਣਿਆਂ ਨੂੰ ਪੀਆਰ ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਨੇ। ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲਿਆਂ ਵਾਸਤੇ ਹੀ ਇਹ ਡਰਾਅ ਨਿਕਲਿਆ, ਜਿਸ ਦੇ ਵਿੱਚ ਘੱਟੋ ਘੱਟ CRS ਸਕੋਰ 357 ਤੱਕ ਰਿਹਾ ਹੈ। ਇੱਕ ਦਿਨ ਪਹਿਲਾਂ PNP ਅਪਰੂਵਲ ਵਾਲਿਆਂ ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਸਨ। 1002 ਇਨਵੀਟੇਸ਼ਨ ਭੇਜੇ ਸੀ ਤੇ ਅੱਜ 6000 ਹੋਰ ਜਣਿਆਂ ਨੂੰ ਇਨਵੀਟੇਸ਼ਨ ਭੇਜ ਦਿੱਤੇ ਗਏ ਨੇ। ਇਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਪੂਰੀ ਜਾਣਕਾਰੀ ਜਾਰੀ ਕੀਤੀ ਹੈ। ਇਸ ਦੌਰਾਨ ਜਿਹੜਾ ਘੱਟੋ ਘੱਟ ਸਕੋਰ 357 ਰਿਹਾ ਹੈ, ਇਸ ਸਕੋਰ ਦੇ ਉੱਤੇ ਜਿਹੜੀਆਂ ਫਾਈਲਾਂ ਦੇ ਇੱਕੋ ਜਿਹੇ ਪੁਆਇੰਟ ਬਣ ਰਹੇ ਸਨ, ਉਹਨਾਂ ਦੇ ਵਿੱਚ ਉਹਨਾਂ ਦੀ ਚੋਣ ਹੋਈ ਹੈ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਵਾਸਤੇ ਆਪਣੀ ਪ੍ਰੋਫਾਈਲ ਫਰਵਰੀ 17, 2021 ਤੋਂ ਪਹਿਲਾਂ ਜਮ੍ਹਾਂ ਕਰਵਾ ਦਿੱਤੀ ਸੀ। ਬਾਕੀ ਇਸ ਤੋਂ ਉੱਪਰ ਜਿਨ੍ਹਾਂ ਦੇ ਸਕੋਰ ਸਨ, ਉਹਨਾਂ ਸਾਰਿਆਂ ਨੂੰ ਇਨਵੀਟੇਸ਼ਨ ਗਏ ਨੇ, ਜਿਨ੍ਹਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਘੱਟੋ ਘੱਟ 1 ਸਾਲ ਦਾ ਅਨੁਭਵ ਤੇ ਨਾਲ ਹੀ ਹੋਰ ਯੋਗਤਾ ਨੂੰ ਪੂਰੀ ਕਰਦੇ ਨੇ, ਜਿਹੜੇ ਉਹਨਾਂ ਦੇ ਵਾਸਤੇ ਹੀ ਇਨਵੀਟੇਸ਼ਨ ਗਏ ਨੇ। ਇਸ ਸਮੇਂ ਇਹ ਸਕੋਰ ਕਾਫੀ ਹੇਠਾਂ ਚੱਲ ਰਿਹਾ ਹੈ, ਜਦਕਿ ਐਕਸਪ੍ਰੈਸ ਐਂਟਰੀ ਦਾ ਸਕੋਰ ਆਮ ਤੌਰ ਦੇ ਉੱਤੇ 450 ਤੋਂ ਉੱਪਰ ਤੱਕ ਪਹਿਲਾਂ ਚੱਲਦਾ ਸੀ। ਪਰ ਹੁਣ ਜਿਵੇਂ ਕਿ ਕੈਨੇਡਾ ਵਿੱਚ ਹੀ ਜਿਨ੍ਹਾਂ ਨੂੰ ਕੰਮ ਕਰਨ ਦਾ ਅਨੁਭਵ ਹੈ, ਉਹਨਾਂ ਦੇ ਵਾਸਤੇ ਹੀ PR ਦੇ ਵਾਸਤੇ ਹਜੇ ਪਹਿਲ ਦਿੱਤੀ ਜਾ ਰਹੀ ਹੈ, ਤਾਂ ਅਜਿਹੇ ਵਿੱਚ CC ਕਲਾਸ ਵਾਲਿਆਂ ਵਾਸਤੇ ਕਾਫੀ ਘੱਟ ਸਕੋਰ ਦੇ ਉੱਤੇ ਐਕਸਪ੍ਰੈਸ ਐਂਟਰੀ ਦੇ ਡਰਾਅ ਕੱਢੇ ਜਾ ਰਹੇ ਨੇ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।